एक ओंकार सतनाम करता पुरख निर्भयो निर्वैर अकाल मूरत अजूनी सैभं गुर प्रसाद। सज्जन सच्चा पातशाह सिर शाहां दे शाह जिस पास बैठिया सोही है सबना दा विसाह। सतनाम वाहेगुरु साहिब जियो। राग सूही महला पंजवा अष्टपदियाँ घर नौवा एक ओंकार सतगुर प्रसाद। जिन डिठिया मन रहसीऐ क्यों पाईऐ तिन संग जियो। संत सज्जन मन मित्र से लाइन प्रभ स्यों रंग जियो। जिन डिठिया मन रहसीऐ क्यों पाईऐ तिन संग जियो। संत सज्जन मन मित्र से लायन प्रभ स्यों रंग जियो। तिन स्यों प्रीत न टुटई कबहू न होवै भंग जियो। पार ब्रह्म प्रभ कर दया गुण गावा तेरे नित जियो। आहे मिलो संत सज्जना नाम जपैं मन मित जियो। रहाओ साच ने तिन प्रीतमा जिन मन उठाया आप जियो। गुण सांझी तिन संग बसे आठ पहर प्रभ जाप जियो। रंग रते परमेश्वर बिन से सगल संताप जियो। तू करता तू करनहार तू है एक अनेक जियो। तू समर्थ तू सर्ब में तू है बुद्ध विवेक जियो। नानक नाम सदा जपी भगत जना की टेक जियो। तू करता तू करनहार तू है एक अनेक जियो। तू समर्थ तू सर्ब में तू है बुद्ध विवेक जियो। नानक नाम सदा जपी भगत जना की टेक जियो। वाहिगुरु जी का खालसा वाहिगुरु जी की फतेह। जुगो जुग अटल शब्द सतगुरु धन धन गुरु ग्रंथ साहिब जी। गुरु पातशाह जी की अपार मेहरामत टल दी शाम असी सत्संगत माण रहे हाँ। आप अजे हुणे गुरबाणी कीर्तन नाल जुड़ रहे सी। हुण अगलेरा समा गुरु शब्द व्याख्या दा है जिस विच
ਸੂਹੀ ਰਾਗ ਦੇ ਅਸ਼ਟਪਦੇ ਅਸੀਂ ਵਿਚਾਰਦੇ ਹਾਂ। ਗੁਰੂ ਅਰਜਨ ਪਾਤਸ਼ਾਹ ਦੁਆਰਾ ਪੰਚਮ ਨਾਨਕ ਜੀ ਦੀ ਇਹ ਪਾਵਨ ਰਚਨਾ, ਇਸ ਨੂੰ ਅਸੀਂ ਵਿਚਾਰ ਰਹੇ ਹਾਂ ਪਿਛਲੇ ਕੁਝ ਦਿਨਾਂ ਤੋਂ। ਇਸ ਸ਼ਬਦ ਦੇ 8 ਪਦਿਆਂ ਵਿੱਚੋਂ ਆਖਰੀ 2 ਪਦੇ ਅੱਜ ਆਪ ਜੀ ਨੇ ਪਾਠ ਰੂਪ ਵਿੱਚ ਵੀ ਸਰਵਨ ਕੀਤੇ ਨੇ ਤੇ ਇਹਨਾਂ ਦੀ ਵਿਵੇਚਨਾ ਵੀ ਕਰਨੀ ਹੈ। ਪਰ ਹਮੇਸ਼ਾ ਦੀ ਤਰ੍ਹਾਂ ਇੱਕ ਸਰਸਰੀ ਨਜ਼ਰ, ਜਸਟ ਗਲੈਂਸ ਔਨ ਦ ਮੇਨ ਮੈਸੇਜ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਰਹਾਉ ਦਾ ਪਦਾ ਹੈਗਾ। ਸਭ ਜ਼ਿਕਰ ਕਰ ਰਹੇ ਨੇ, ਪਾਰ ਬ੍ਰਹਮ ਪ੍ਰਭ ਕਰ ਦਇਆ, ਗੁਣ ਗਾਵਾਂ ਤੇਰੇ ਨਿਤ ਜੀਓ, ਆਏ ਮਿਲੋ ਸੰਤ ਸੱਜਣਾ, ਨਾਮ ਜਪੈ ਮਨ ਮਿਤ ਜੀਓ। ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਤੇ ਅਰਦਾਸ ਹੈ। ਤੇ ਇਹਦਾ ਮਾਇਨਾ ਵੈਸੇ ਤਾਂ ਬੜੀ ਡਿਟੇਲ 'ਚ ਜਿਸ ਦਿਨ ਪਹਿਲੇ ਦਿਨ ਬਾਤ ਸ਼ੁਰੂ ਕੀਤੀ ਉਸ ਦਿਨ ਹੀ ਕੀਤੀ ਸੀ ਕਿ ਬੰਦੇ ਨੇ ਪ੍ਰਯਾਸ ਵੀ ਕਰਨਾ ਆ, ਜਿਹਨੂੰ ਅਸੀਂ ਐਫਰਟਸ ਕਹਿੰਦੇ ਹਾਂ, ਯਤਨ। ਬਟ ਜਿਹੜੇ ਨਿਰੋਲ ਯਤਨ ਨੇ, ਇਹਨਾਂ ਦੇ ਵਾਸਤੇ ਐਨਰਜੀ ਵੀ ਚਾਹੀਦੀ ਹੈ, ਇਹਨਾਂ ਦੇ ਵਾਸਤੇ ਮੋਟੀਵੇਸ਼ਨ ਵੀ ਚਾਹੀਦਾ ਆ, ਇਹਨਾਂ ਵਾਸਤੇ ਬਲੀਵ, ਵਿਸ਼ਵਾਸ ਵੀ ਚਾਹੀਦਾ ਆ। ਇਹ ਸਭ ਨਾਮ ਰੱਬ ਦੇ ਨੇ। ਰੱਬ ਨਾਂ ਹੈ ਸਮਰੱਥਾ ਦਾ, ਰੱਬ ਨਾਂ ਹੈ ਭਾਵਨਾ ਦਾ, ਜਿਹਦੇ ਵਿੱਚੋਂ ਮੋਟੀਵੇਸ਼ਨ ਜਨਰੇਟ ਲਈ ਹੁੰਦਾ ਹੈ। ਰੱਬ ਨਾਂ ਹੈ ਆਤਮ ਵਿਸ਼ਵਾਸ ਦਾ, ਜਿਹੜਾ ਬਲੀਫ ਸਿਸਟਮ ਹੁੰਦਾ ਆ। ਸੋ ਬੰਦਾ ਉਸ ਕਰਤਾਰ ਅਕਾਲ ਪੁਰਖ ਵਾਹਿਗੁਰੂ ਦਾ ਓਟ ਆਸਰਾ ਲਏ ਅਤੇ ਉਹਦੇ ਵਾਸਤੇ ਕਈ ਵਾਰ ਸਾਡੀ ਮੰਗ ਹੀ ਬੜੀ ਗੈਰ ਕੁਦਰਤੀ ਅਤੇ ਗੈਰ ਨਿਯਮ ਹੁੰਦੀ ਹੈ, ਜਿਹੜੀ ਬੇਸਡ ਔਨ ਪ੍ਰਿੰਸੀਪਲ ਨਹੀਂ ਹੁੰਦੀ। ਗੁਰੂ ਬਾਬਾ ਜੀ ਵਾਰ-ਵਾਰ ਕਹਿੰਦੇ, ਮੰਗੋ ਮੰਗ ਜਿਹੜੀ ਕੁਦਰਤ ਨੇ ਤੇਰੇ ਲਈ ਤਸਦੀਕ ਕੀਤੀ ਹੈ। ਸੋ ਸ਼ਬਦ ਪੜ੍ਹੀਏ, ਮੰਗਣਾ ਮੰਗਨ ਨੀਕਾ, ਹਰ ਜਸ ਗੁਰ ਤੇ ਮੰਗਣਾ। ਆ ਮੰਗ, ਨੀਕੀ ਮੰਗ ਮੰਗ, ਚੰਗੀ ਮੰਗ ਮੰਗ। ਚੰਗੀ ਮੰਗ ਇਹੀ ਹੈ ਕਿ ਉਹ ਅਕਾਲ ਪੁਰਖ ਜੀ ਤਰਸ ਕਰ ਮੇਰੇ ਤੇ, ਪਾਰ ਬ੍ਰਹਮ ਪ੍ਰਭ ਕਰ ਦਇਆ, ਗੁਣ ਗਾਵਾਂ ਤੇਰੇ ਨਿਤ ਜੀਉ। ਨਿਤਾ ਪ੍ਰਤੀ ਤੇਰਾ ਗੁਣਗਾਨ ਕਰਾਂ, ਤੇਰੀ ਸਿਫਤ ਸਲਾਹ ਕਰਾਂ। ਅੱਜ ਇਸ ਲੈਵਲ 'ਤੇ ਬਾਤ ਮਾਡਰਨ ਲਿਟਰੇਚਰ 'ਚ ਕਰ ਰਹੇ ਨੇ ਲੋਕ ਕਿ ਭਾਈ ਆਪਣੇ ਆਪ ਨਾਲ ਸੈਲਫ ਕਮਿਊਨੀਕੇਟ ਕਰੋ, always have positive talk, always have some kind of motivational ideas inside you, so that ਜੋ ਵੀ ਆਲੇ ਦੁਆਲੇ ਵਾਪਰਦਾ ਹੁੰਦਾ ਆ ਉਹਨੂੰ ਪਰਸੀਵ ਡਿਫਰੈਂਟ ਪਰਸਪੈਕਟਿਵ ਨਾਲ ਕਰ ਸਕੋ, ਨੈਗੇਟਿਵ ਨੂੰ ਪੋਜ਼ਿਟਿਵ ਵਿੱਚ ਕਨਵਰਟ ਕਰ ਸਕੋ, ਦੁੱਖ ਨੂੰ ਸੁੱਖ ਵਿੱਚ ਬਦਲਣ ਦੀ ਤੁਹਾਡੇ ਸਮਰੱਥਾ ਹੋਏ, ਤਕਲੀਫ, ਕਸ਼ਟ, ਜਿਹਨੂੰ ਅਸੀਂ ਸਫਰਿੰਗ ਕਹਿੰਦੇ ਆ, ਇਹਨੂੰ ਤੁਸੀਂ ਕਿਸੇ ਮਿਰਾਕਲਸ ਲੈਵਲ 'ਤੇ ਲਿਆ ਸਕੋ, ਉਹਨੂੰ ਤੁਸੀਂ ਕਿਸੇ ਡਿਫਰੈਂਟ ਵੇ ਦੇ ਨਾਲ ਉਹਦਾ ਆਊਟਕਮ ਲਿਆ ਸਕੋ। ਅਤੇ ਸਭ ਚੀਜ਼ਾਂ ਜਿਹੜੀਆਂ ਨੇ ਇਹ ਤਾਂ ਹੋਏਗਾ ਜੇ ਆਪਣੇ ਆਪ ਵਿੱਚ ਗੁਣਗਾਨ ਕਰੋਗੇ, ਵਡਿਆਈ ਕਰੋਗੇ, ਸਿਫਤ ਕਰੋਗੇ ਕਰਤਾਰ ਦੀ। ਉਹਦੀ ਸਿਫਤ ਵਿੱਚੋਂ ਸੰਸਾਰ ਦੀ ਕੁਝ ਸਿਫਤ ਦਿਸੇਗੀ, ਸੰਸਾਰ ਦੀ ਸਿਫਤ ਵਿੱਚ ਆਪਣੀ ਸਿਫਤ ਕੁਝ ਦਿਸੇਗੀ। ਸੋ ਇਹ ਸੰਸਾਰ ਰਹਿਣ ਦੇ ਕਾਬਲ ਬਣੇਗਾ, ਆਲਾ ਦੁਆਲਾ ਸਨੇਹ, ਖਲੂਸ, ਮੁਹੱਬਤ ਨਾਲ ਭਰੇਗਾ, ਜਿਹਦੇ ਵਿੱਚ ਮਨੁੱਖ ਦੇ ਨੇੜੇ ਆਏਗਾ, ਮਨੁੱਖ ਦਾ ਭਲਾ ਕਰੇਗਾ, ਮਨੁੱਖਾਂ ਦਾ ਇੱਕ ਆਲਾ ਸਮਾਜ ਅਤੇ ਆਲਾ ਜਿਹੜਾ ਹੈਗਾ ਉਹ ਆਲੇ ਦੁਆਲੇ ਵਰਤਾਓ ਵਰਤੇਗਾ। ਸੋ ਸਭ ਚੀਜ਼ਾਂ ਜਿਹੜੀਆਂ ਨੇ ਸਾਨੂੰ ਸੱਚਖੰਡ ਵਾਲੇ ਪਾਸੇ, ਸੱਚਿਆਰ ਬਣਾਉਣ ਵਾਲੇ ਪਾਸੇ, ਰੂਹਾਨੀ ਅਧਿਆਤਮਿਕ ਤੌਰ 'ਤੇ ਇੱਕ ਨਵੀਂ ਫੁਲਫਿਲਮੈਂਟ ਵਾਲੇ ਪਾਸੇ ਲੈ ਕੇ ਜਾਂਦੀਆਂ। ਇਹ ਮਹਾਰਾਜ ਨੇ ਰਹਾਉ ਦਾ ਬੰਦ ਇੱਥੋਂ ਪ੍ਰਾਰੰਭ ਕੀਤਾ। ਪਾਰ ਬ੍ਰਹਮ ਪ੍ਰਭ ਕਰ ਦਇਆ, ਗੁਣ ਗਾਵਾਂ ਤੇਰੇ ਨਿਤ ਜੀਓ, ਆਏ ਮਿਲੋ ਸੰਤ ਸੱਜਣਾ। ਇਹੋ ਜਿਹੇ ਸਨੇਹੀ ਸੱਜਣਾ ਦੀ ਮੰਗ, ਜਿਨ੍ਹਾਂ ਦੀ ਮਦਦ ਦੇ ਨਾਲ ਮੈਨੂੰ ਰੱਬ ਚੇਤੇ ਆਵੇ। ਕਿੰਨੀ ਕਮਾਲ ਦੀ ਅਰਦਾਸ ਹੈ ਸਾਡੀ ਜੇ ਅਸੀਂ ਹਰ ਰੋਜ਼ ਮੰਗਦੇ ਹਾਂ, ਸਹੀ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ। ਦਾਤਾ ਉਹਨਾਂ ਨੂੰ ਮਿਲਾ ਜਿਹਨਾਂ ਨੂੰ ਮਿਲ ਕੇ ਤੂੰ ਚੇਤੇ ਆਵੇਂ, ਤੇਰਾ ਅਕਸ਼ ਨਕਸ਼ ਯਾਦ ਆਵੇ, ਤੇਰਾ ਰੂਪ ਯਾਦ ਆਵੇ, ਤੇਰੀ ਤਸੱਵੁਰਤਾ ਹੋਵੇ। I can imagine that yes, I am, actually I belong from Akal Purkh Vaheguru. Yes, my origin come from that divine light, then that divine ability. So my conscious, be aware about it. When you are doing something, do for divine cause, not just for selfish kind of mindset. ਸੋ ਇਹ ਚੀਜ਼ਾਂ ਤੁਹਾਨੂੰ ਸੁੱਖ ਦਿੰਦੀਆਂ ਨੇ। ਮੈਂ ਬੀਤੇ ਹਫ਼ਤੇ ਸ਼ਾਇਦ ਕੁਝ ਬਾਤ ਪੜ੍ਹ ਰਿਹਾ ਸੀਗਾ ਤੇ ਬਾਬਤ ਸ਼ਾਇਦ ਬਾਤ ਕੀਤੀ ਹੋਏ।
ਉਹ 'ਚ ਹੁੰਦਾ ਹੈ ਕਿ ਇੱਕ ਸਟੱਡੀ ਸੀਗੀ ਅਮਰੀਕਨ ਯੂਨੀਵਰਸਿਟੀ ਨੇ ਕੀਤੀ, ਜੇ ਤੁਸੀਂ ਗੈਸ ਪਾਉਣ ਲਈ ਜਾਂਦੇ ਹੋ ਅਤੇ ਉਹਦੇ 'ਤੇ ਕੁਝ ਮੈਸੇਜ ਵਗੈਰਾ ਲਿਖੇ ਹੁੰਦੇ ਨੇ, ਕੁਝ ਖਾਸ ਕਿਸਮ ਦੇ ਨਾਲ ਵੀ ਭਾਈ ਜਿਹੜਾ ਹੈਗਾ ਥੈਫਟ ਐਕਚੁਅਲੀ ਇਫੈਕਟ ਆਲ ਆਫ ਅਸ, ਇਸ ਕਿਸਮ ਦੇ ਨਾਲ ਤੁਸੀਂ ਲਿਖਿਆ ਹੋਏਗਾ। ਕਈ ਵਾਰੀ ਕੁਛ ਹੋਰ ਇਹੋ ਜਿਹੀਆਂ ਚੀਜ਼ਾਂ ਲਿਖੀਆਂ ਹੁੰਦੀਆਂ। ਉੱਥੇ ਉਹਨਾਂ ਨੇ ਇੱਕ ਦੋ ਗੈਸ ਸਟੇਸ਼ਨਾਂ 'ਤੇ ਲਿਖ ਕੇ ਲਗਾਇਆ ਕਿ try to check your actually tires air pressure time to time, so in that way you can save some gas। तो उसी कुछ गैस सेव करोगे and end of the day that's going to help you in your saving, ਤੁਹਾਡੇ ਕੁਝ ਮਨੀ ਸੇਵ ਹੋਏਗੀ ਇਹਦੇ ਵਿੱਚੋਂ। ਉਹਨਾਂ ਇਸ ਕਿਸਮ ਦੇ ਮੈਸੇਜ ਲਗਾਏ। ਹੂ ਕੇਅਰ, ਕੋਈ ਬਹੁਤੀ ਕਿਸੇ ਨੇ ਕੇਅਰ ਨਹੀਂ ਕੀਤੀ। ਮੈਸੇਜ ਕੋਈ ਪੜ੍ਹਦਾ ਨਾ ਪੜ੍ਹਦਾ, ਪੜ੍ਹ ਕੇ ਵੀ ਛੱਡ ਦਿੰਦਾ, ਅਤੇ ਕੋਈ ਬਹੁਤਾ ਇਫੈਕਟ ਨਹੀਂ ਪਿਆ। ਉਹਨਾਂ ਕੁਝ ਸਮੇਂ ਬਾਅਦ ਮੈਸੇਜ ਚੇਂਜ ਕਰ ਦਿੱਤਾ। ਮੈਸੇਜ ਇਹ ਚੇਂਜ ਕੀਤਾ ਕਿ ਆਪਣੇ ਟਾਇਰਾਂ ਦਾ ਜਿਹੜਾ ਏਅਰ ਪ੍ਰੈਸ਼ਰ ਚੈੱਕ ਕਰੋ। In that way your vehicle is going to consume less gas and that is going to help the environment. You are going to be contributing less CO2 in actually environment, in our surroundings, so that way we can actually live healthy, we can help this planet, we can help each other। ਇੰਨੀ ਬਾਤ ਲਿਖੀ। ਇਸ ਤੋਂ ਬਾਅਦ ਉਹਨਾਂ ਕਿਹਾ ਵੱਡਾ ਜਿਹੜਾ ਹੈਗਾ ਇਹਦਾ ਇੰਪੈਕਟ ਲੋਕਾਂ 'ਤੇ ਨਜ਼ਰ ਆਇਆ। ਲੋਕਾਂ ਨੇ ਜਿਹੜੇ ਅਕਸਰ ਜਿਹੜਾ ਸੀਗਾ ਉਸ ਗੈਸ ਸਟੇਸ਼ਨ 'ਤੇ 100 ਪਿੱਛੇ 2 ਬੰਦੇ ਵੀ ਕਦੀ ਏਅਰ ਪ੍ਰੈਸ਼ਰ ਚੈੱਕ ਨਹੀਂ ਸੀ ਕਰਦੇ, ਉਸੇ ਜਗ੍ਹਾ ਉੱਤੇ 100 ਦੇ ਵਿੱਚ 10 ਹੋਣੇ ਸ਼ੁਰੂ ਹੋ ਗਏ। ਸੋ ਡਾਇਰੈਕਟ ਇੰਪੈਕਟ ਆ। ਜਦੋਂ ਬੰਦੇ ਨੂੰ ਕਿਸੇ ਵੱਡੇ ਕਾਜ਼ ਵਾਸਤੇ ਤੁਸੀਂ ਨੋਬਲ ਕਾਜ਼ ਵਾਸਤੇ ਤੋਰਦੇ ਹੈਗੇ ਹੋ, ਉਹ ਨੋਬਲ ਕਾਜ਼ ਜਿਹੜਾ ਹੈਗਾ ਉਹਦੀ ਜ਼ਿੰਦਗੀ ਦੇ ਮਾਇਨੇ ਬਦਲ ਦਿੰਦਾ ਹੈਗਾ। ਸੋ ਇਹ ਰੂਪ ਜਿਹੜਾ ਬੰਦੇ ਨੂੰ ਸਮਝ ਆ ਜਾਏ ਕਿ ਮੈਂ ਉਸ ਡਿਵਾਈਨ ਐਬਿਲਿਟੀ ਤੋਂ ਆਇਆ ਅਤੇ ਮੈਨੂੰ ਉਹਦੇ ਨਾਲ ਸਾਂਝ ਪਾਉਣੀ ਹੈ। ਫਿਰ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਨੇ, ਸੰਸਾਰ ਦਾ ਟੁੱਟਣਾ, ਵਿਗੜਨਾ, ਉਖੜਨਾ, ਇਹ ਚੀਜ਼ਾਂ ਬਹੁਤੀਆਂ ਬੌਦਰ ਨਹੀਂ ਕਰਦੀਆਂ। ਅਦਰਵਾਈਜ਼ ਤਾਂ ਬੰਦੇ ਦੀ ਹਾਲਤ ਇਹ ਹੈ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਈ ਛੋਟਾ ਜਿਹਾ ਵੀ ਜਿਹੜਾ ਹੈਗਾ ਇਹਦੇ ਮਨ ਮੰਡਲ ਦੇ ਮੁਤਾਬਕ ਉਹ ਕੰਮ ਨਾ ਹੋਏ ਤਾਂ ਬੰਦਾ ਪਰੇਸ਼ਾਨੀ ਦਾ ਪਹਾੜ ਮੋਢੇ 'ਤੇ ਚੁੱਕ ਲੈਂਦਾ। ਅਤੇ ਜੇ ਬੰਦੇ ਨੂੰ ਅਹਿਸਾਸ ਹੋਏ ਕਿ ਅਕਾਲ ਪੁਰਖ ਵਾਹਿਗੁਰੂ ਕਰਨਹਾਰ ਆ, ਅਤੇ ਉਸ ਕਰਨਹਾਰ ਦੇ ਅਸੀਂ ਜਸਟ ਉਹਦੀ ਪ੍ਰਤੀਪਾਲਨਾ ਦੇ ਵਿੱਚ ਚੱਲਣ ਵਾਲੇ ਛੋਟੇ ਛੋਟੇ ਬਸ਼ਰ ਹਾਂ, ਮਨੁੱਖ ਹਾਂ। ਸੋ ਉਸ ਕਿਸਮ ਦਾ ਆਭਾ ਹੋਏ ਪਰ ਇਹ ਹੋਏਗੀ ਆ ਉਦੋਂ ਜਦੋਂ ਆਲੇ ਦੁਆਲੇ ਦਾ ਸੰਗ ਤੁਹਾਨੂੰ ਐਵੇਂ ਫੀਡ ਕਰੇਗਾ, ਤੁਹਾਨੂੰ ਸਮਝਾਏਗਾ, ਤੁਹਾਨੂੰ ਦੱਸੇਗਾ। ਸੋ ਇਹੋ ਜਿਹੇ ਸੰਤ ਜਨ, ਇਹੋ ਜਿਹਾ ਫੀਡ ਕਰਨ ਵਾਲਾ ਜਿਹੜਾ এনवायरमेंट ਹੈ ਉਹਦੀ ਮੰਗ ਹੋ ਰਹੀ ਹੈ। ਇਹ ਮਾਲਕ ਤਰਸ ਕਰ ਅਤੇ ਆਏ ਮਿਲੋਂ ਸੰਤ ਸੱਜਣਾ, ਨਾਮ ਜਪੈ ਮਨ ਮਿੱਤ ਜਿਓ। ਜਿਹੜੇ ਨਾਮ ਜਪਾਣ ਮੈਨੂੰ, ਮੇਰੇ ਮਨ ਦੇ ਮਿੱਤ ਬਣ ਜਾਣ, ਮੈਂ ਮਨ ਕਰਕੇ ਖੁੱਲ੍ਹ ਕੇ ਉਹਨਾਂ ਨਾਲ ਬੋਲ ਸਕਾਂ, ਖੁੱਲ੍ਹ ਕੇ ਹੱਸ ਸਕਾਂ, ਮੇਰੇ ਰਾਜ਼ਦਾਰ ਹੋ ਸਕਣ। ਜੀਵਨ ਵਿੱਚ ਸਭ ਤੋਂ ਵੱਡੀ ਚੀਜ਼ ਹੁੰਦੀ ਹੈ। ਨਾਓ ਡੇਜ਼ ਵੀ ਆਰ ਲੈਕਿੰਗ ਦਿਸ ਕਾਈਂਡ ਆਫ ਰਿਲੇਸ਼ਨਸ਼ਿਪਸ। ਲੋਕਾਂ ਨੂੰ ਇਹ ਨਹੀਂ ਅਹਿਸਾਸ ਪਤਾ ਲੱਗ ਰਿਹਾ। ਲੋਕ ਫਿਰ ਕਹਿੰਦੇ, ਮਤਲਬ ਇਹਦੇ ਬਾਰੇ ਵੀ ਡਿਟੇਲਡ ਗੱਲ ਹੋਈ ਸੀਗੀ। ਅਕਸਰ ਲੋਕ ਕਹਿੰਦੇ ਨੇ ਕਿ ਆਈਸੋਲੇਸ਼ਨ ਹੁਣ ਅੱਜ ਕੱਲ੍ਹ ਹੁੰਦੇ ਨਾ, ਕੁਆਰੰਟੀਨ ਕਰ ਲਓ, ਆਈਸੋਲੇਟ ਕਰ ਲਓ, ਇਸ ਤਰੀਕੇ ਨਾਲ। ਇਟਸ ਨਥਿੰਗ। ਜਿੰਨੇ ਲੋਕ ਆਲਰੇਡੀ ਆਈਸੋਲੇਟ ਨੇ ਆਪਣੇ ਮਨਾਂ ਦੇ ਵਿੱਚ, ਇੱਕੋ ਘਰ ਵਿੱਚ 4-4 ਮੈਂਬਰ ਛੱਤ ਵਿੱਚ ਰਹਿੰਦੇ ਨੇ, ਚਾਰੇ ਆਪੋ ਆਪਣੀ ਦੁਨੀਆ 'ਚ ਰਹਿ ਰਹੇ ਨੇ। ਇੱਕ ਦੂਜੇ ਨੂੰ ਨਹੀਂ ਸਮਝਦਾ, ਦੂਜਾ ਤੀਜੇ ਨੂੰ ਨਹੀਂ ਸਮਝ ਰਿਹਾ। ਐਂਡ ਇਫ ਵੀ ਟਾਕ ਟੂ ਦੈਮ ਦੈਨ ਡੈਫੀਨੇਟਲੀ ਦੇ ਕੈਨ ਸੇ ਓ ਨੋ ਮੈਨੂੰ ਕੋਈ ਨਹੀਂ ਸਮਝਦਾ ਹੈਗਾ। ਦੂਜਾ ਕਹੇਗਾ ਮੈਨੂੰ ਨਹੀਂ ਕੋਈ ਸਮਝਦਾ ਹੈਗਾ। ਸੋ ਮਨ ਮਿੱਤ ਕਿੱਥੇ ਹੈ? ਕਿਤੇ ਇਹੋ ਜਿਹਾ ਸੰਗ ਬਣੇ ਜਿਹਦੇ 'ਚ ਮਨ ਮਿੱਤ ਬਣ ਸਕੀਏ, ਮਨ ਦੀ ਗੱਲ ਕਿਸੇ ਨਾਲ ਕਰ ਸਕੀਏ, ਕਿਸੇ ਦੇ ਮਨ ਨੂੰ ਸੁਣ ਸਕੀਏ, ਪੜ੍ਹ ਸਕੀਏ, ਸਮਝ ਸਕੀਏ, ਅਹਿਸਾਸ ਸਕੀਏ। ਇਹਦੀ ਬਾਤ ਇਹਦੇ ਵਿੱਚ ਹੋ ਰਹੀ ਹੈ ਰਹਾ ਉਹਦੇ ਬੰਦ ਵਿੱਚ। ਹੁਣ ਜਿਸ ਪਦੇ ਤੋਂ ਅੱਜ ਅਸੀਂ ਵਿਚਾਰ ਅੱਗੇ ਤੋਰਨੀ ਹੈ, 7 ਨੰਬਰ ਬੰਦ ਆ। ਸਭ ਜ਼ਿਕਰ ਕਰਦੇ ਨੇ, ਸਾਚ ਨੇਹ ਤਿਨ ਪ੍ਰੀਤਮਾ ਜਿਨ ਮਨ ਉਠਾ ਆਪ ਜੀਓ। ਸਾਚ ਨੇਹ ਤਿਨ ਪ੍ਰੀਤਮਾ, ਸੱਚਾ ਨੇਹ। ਇਹਦੀ ਗੱਲ ਵੀ ਗੁਰੂ ਗ੍ਰੰਥ ਸਾਹਿਬ ਨੇ ਬੜੀ ਰਿਪੀਟਡਲੀ ਕੀਤੀ ਹੈਗੀ ਹੈ। ਭਗਤ ਫਰੀਦ ਜੀ ਦੇ ਅਸੀਂ ਬਚਨ ਪੜ੍ਹਦੇ ਹਾਂ, ਫਰੀਦਾ ਜਾਂ ਲੱਭ ਤਾਂ ਨੇਹ ਕਿਆ, ਲੱਭ ਤਾਂ ਕੂੜਾ ਨੇਹ। ਜਿੱਥੇ ਲਾਲਚ ਖੜਾ ਹੈ ਉੱਥੇ ਨੇਹ ਨਹੀਂ ਹੁੰਦਾ। When people are totally focused toward their own kind of interests, they cannot perceive, or you can say deliver, any kind of love or affection. Because in that way, ਇਹ ਸਾਡਾ ਜਿਹੜਾ ਖਾਸ ਕਰਕੇ ਵੈਸਟਰਨ ਵਰਲਡ ਦਾ ਐਜੂਕੇਸ਼ਨਲ ਮਾਡਲ ਆ ਨਾ, ਇਹ ਸਾਰਾ ਗਿਵ ਐਂਡ ਟੇਕ 'ਤੇ
क्योंकि प्रॉफिट मॉडल है उत्ते खड़ा है। इसलिए इत्थे विआह शादियां संबंध दोस्ती मित्रता ईवन फैमिली रिलेशनशिप भी जिहड़ी है सारी ये लॉस प्रॉफिट मॉडल ही है। ਇਹ ਆਈਡੀਆ ਲਾਇਆ ਜਾਂਦਾ ਕਿ ਬੱਚਿਆਂ ਨੂੰ ਜਿਹੜਾ ਹੈਗਾ ਆ ਕੋਲ ਰੱਖ ਕੇ ਬੈਨੀਫਿਟ ਆ ਕਿ ਦੂਰ ਜਾ ਕੇ ਬੈਨੀਫਿਟ ਆ। ਮਾਂ ਬਾਪ ਨੂੰ ਕੋਲ ਰੱਖਣ ਦਾ ਬੈਨੀਫਿਟ ਆ ਕਿ ਲੈਟ them ਲਿਵ देयर ओन ਲਾਈਫ, ਉਹਦੇ 'ਚ ਬੈਨੀਫਿਟ ਆ। ਸੋ ਪ੍ਰੋਫਿਟ ਐਂਡ ਲਾਸ ਇਸ ਰੂਪ ਦੇ ਵਿੱਚ ਜਿਹਨੂੰ ਸੈਕਰੀਫਾਈਸ ਕਿਹਾ ਜਾਂਦਾ ਹੈਗਾ, ਤਿਆਗ ਕਿਹਾ ਜਾਂਦਾ ਹੈਗਾ, ਇਹ ਪਿਆਰ ਦੀ ਜੜ ਹੈ। ਪ੍ਰੇਮ ਦਾ ਮਤਲਬ ਜੇ ਤੁਸੀਂ ਆਪਣੀ ਭਾਸ਼ਾ 'ਚ ਸਮਝੋਗੇ ਤਾਂ ਮਤਲਬ ਪਰੇ ਪਲਸ ਮੈਂ, ਜਿੱਥੇ ਮੇਰੀ ਮੈਂ ਪਰੇ ਹੋ ਜਾਏ, ਮੇਰਾ ਸਵਾਰਥ ਪਰੇ ਹੋ ਜਾਏ, ਉਹ ਪ੍ਰੇਮ ਹੈ। ਇਹਦੇ 'ਚ ਦੇਣਾ ਆ ਲੈਣਾ ਨਹੀਂ, ਇਹਦੇ 'ਚ ਵੰਡਣਾ ਆ, ਇਹਦੇ 'ਚ ਖੋਣਾ ਨਹੀਂ, ਇਹਦੇ 'ਚ ਮੰਗਣਾ ਨਹੀਂ, ਇਹਦੇ ਵਿੱਚ ਤੇ ਅਨਕੰਡੀਸ਼ਨਲ ਲਵ ਜਿਹਨੂੰ ਕਹਿੰਦੇ ਨੇ। ਲਵ ਮੀਨ ਅਨਕੰਡੀਸ਼ਨਲ, ਦੇयर इज नो ਕੰਡੀਸ਼ਨ। ਐਂਡ ਸੈਕੰਡ ਥਿੰਗ, ਜੋ ਆਲੇ ਦੁਆਲੇ ਹੋ ਰਿਹਾ ਵਾਪਰ ਰਿਹਾ ਉਹਨੂੰ ਐਜ਼ ਇਟ ਇਜ਼ ਐਕਸੈਪਟ ਕਰਨਾ ਉਸ ਤਰੀਕੇ ਦੇ ਨਾਲ। ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਭ ਦੇ ਪਿੱਛੇ ਜਿਹੜੀ ਚੀਜ਼ ਕੰਮ ਕਰਦੀ ਹੈ, ਜੇ ਤੁਸੀਂ ਕਹੋ ਕਿ ਪਿਆਰ ਦਾ ਸ਼ੁੱਧ ਰੂਪ ਕੀ ਹੈ, ਕੰਪੈਸ਼ਨ, ਤਰਸ, ਦਇਆ, ਸਨੇਹ ਇਹਦੇ ਚੋਂ ਨਿਕਲਦਾ ਹੈ। ਤੇ ਇਸ ਸਨੇਹ ਨੂੰ ਕੌਣ ਮਾਰਦਾ ਆ? ਲਾਲਚ, ਗਰੀਡ। ਮੈਂ ਕਿਹਾ ਯੂਰੋਸੈਂਟਰਿਕ ਅਪਰੋਚ ਜਿਹੜੀ ਵਰਲਡ ਲੈਵਲ 'ਤੇ ਕਲੋਨੀਅਲ ਸਿਸਟਮ ਦੇ ਵਿੱਚੋਂ ਨਿਕਲ ਕੇ ਆਈ। ਸਪੋਜ਼ ਸਾਡੇ ਉੱਥੇ ਬੱਚੇ ਮੈਥਮੈਟਿਕਸ ਹੀ ਪੜ੍ਹਦੇ ਨੇ, ਸਿੰਪਲ ਮੈਂ ਬਿਆਨ ਕਰਦਾ ਤੁਹਾਨੂੰ। ਮੈਥਮੈਟਿਕਸ ਪੜ੍ਹਾਉਣ ਦਾ ਤਰੀਕਾ ਉਹਨਾਂ ਨੂੰ ਜਦੋਂ ਪੜ੍ਹਾਇਆ ਜਾਂਦਾ ਉਦੋਂ ਇਸ ਤਰੀਕਾ ਪੜ੍ਹਾਇਆ ਜਾਂਦਾ ਕਿ ਰਾਮ ਸਿੰਘ ਨੇ ਸ਼ਾਮ ਸਿੰਘ ਤੋਂ 100 ਰੁਪਇਆ ਉਧਾਰ ਲਿਆ। ਮੈਂ ਉੱਥੋਂ ਦੀ ਗੱਲ ਕਰਦਾ, ਇੱਥੇ ਦਾ ਮਾਡਲ ਤਾਂ ਉਸ ਤੋਂ ਨੈਕਸਟ ਲੈਵਲ 'ਤੇ ਆ। ਰਾਮ ਸਿੰਘ ਨੇ ਸ਼ਾਮ ਸਿੰਘ ਤੋਂ 100 ਰੁਪਇਆ ਉਧਾਰ ਲਿਆ। ਰਾਮ ਸਿੰਘ actually has borrowed 100 rupees from Sham Singh on the actually ਜਿਹੜਾ ਉਹਦਾ ਵਿਆਜ ਦੀ ਦਰ ਆ, ਜਿਹੜਾ ਇੰਟਰਸਟ ਐਗਰੀਮੈਂਟ ਆ, ਉਹ ਹੈਗਾ ਕਿ ਇਹਨੇ 5% ਜਾਂ 10% ਵਿਆਜ ਦੇਣੀ ਹੈ। ਸੋ ਅੰਦਾਜ਼ਾ ਲਾਓ 6 ਮਹੀਨੇ ਬਾਅਦ ਜੋ ਹੈ ਰਾਮ ਸਿੰਘ ਸ਼ਾਮ ਸਿੰਘ ਨੂੰ ਕਿੰਨੀ ਵਿਆਜ ਦੇਵੇਗਾ। ਸੋ ਇੱਥੇ ਸਿੱਧੇ ਤੌਰ 'ਤੇ ਹੋ ਗਿਆ ਵਪਾਰ। If I'm allowing someone, if I'm giving something, I'm actually lending someone, that means I need my profit. ਬਿਜ਼ਨਸ ਮਾਡਲ ਦਾ ਬੜਾ ਵਧੀਆ ਸਮਝ ਆਉਂਦਾ ਹੈ, ਪਰ ਹਕੀਕਤ ਇਹ ਹੈ ਬਿਜ਼ਨਸ ਮਾਡਲ ਤੋਂ ਘਰਾਂ ਪਰਿਵਾਰਾਂ ਸਭ ਥਾਂ 'ਤੇ ਇੱਕੋ ਹੀ ਚੀਜ਼ ਚੱਲਦੀ ਹੈ ਤੇ 4 ਵਰਨ ਇੱਕ ਵਰਨ ਹੋਏ। ਭਾਵ ਜਿਉਂ ਭਾਈ ਗੁਰਦਾਸ ਜੀ ਕਹਿੰਦੇ ਵੀ ਬਸ ਜਿਹੜਾ ਇੱਕੋ ਹੀ ਚੀਜ਼ ਸਰਮਾਇਆ ਪੈਸਾ ਦੌਲਤ ਇਸੇ ਚੀਜ਼ ਦੇ ਨਾਲ ਮਪਾਇਸ਼ ਰਹਿ ਗਈ, ਬਾਕੀ ਸਭ ਚੀਜ਼ਾਂ ਪਿੱਛੇ ਹਟ ਗਈਆਂ। ਫਿਰ ਉੱਥੇ ਲੱਭ ਆ ਗਿਆ। ਲੱਭ ਵਿੱਚ ਫਿਰ ਨਹੀਂ, ਉਹਦੇ 'ਚ ਤੇ ਬਸ ਐਸਾ ਆਇਆ ਕਿ ਸੰਸਾਰ ਆ, ਜੇ ਲਾਲਚ ਪੂਰਾ ਹੋ ਰਿਹਾ ਸਾਰੇ ਰਿਸ਼ਤੇ ਨੇ, ਜੇ ਲਾਲਚ ਨਹੀਂ ਪੂਰਾ ਹੋ ਰਿਹਾ ਕੋਈ ਰਿਸ਼ਤਾ ਨਹੀਂ। ਲਾਲਚ ਤੇ ਖੜਾ ਹਰ ਸ਼ਖਸ, ਬਸ ਮੇਰਾ ਲਾਲਚ ਜਿਸ ਤੋਂ ਵਧੀਆ ਪੂਰਾ ਹੁੰਦਾ ਉਹਦੇ ਨਾਲ ਜ਼ਿਆਦਾ ਨਹੀਂ ਹੈ, ਜਿਸ ਨੂੰ ਘੱਟ ਪੂਰਾ ਹੁੰਦਾ ਉਸ ਤੋਂ ਦੂਰ ਹੋ ਗਿਆ ਬੰਦਾ। ਤੇ ਇਹ ਲਾਲਚ ਦਾ ਰਿਸ਼ਤਾ ਬਿਨਾਂ ਸ਼ੱਕ ਚੱਲ ਵੀ ਰਿਹਾ ਹੋਏ ਬਹੁਤਾ ਚੰਗਾ ਨਹੀਂ ਗਾ ਹੁੰਦਾ। ਇਹ ਉਨੀ ਦੇਰ ਹੀ ਹੈ ਜਿੰਨੀ ਦੇਰ ਤੱਕ ਲਾਲਚ ਪੁੱਗ ਰਿਹਾ। ਜਿਸ ਦਿਨ ਲਾਲਚ ਨਾ ਪੁੱਗਿਆ ਉਸ ਦਿਨ ਡਨ ਓਵਰ। ਇਸ ਲਈ ਭਗਤ ਫਰੀਦ ਜੀ ਨੇ ਕਿਹਾ, ਫਰੀਦਾ ਜਾਂ ਲੱਭ ਤਾਂ ਨਹੀਂ ਕਿਹਾ, ਲੱਭ ਤਾਂ ਕੂੜਾ ਨਹੀਂ। ਜੇ ਕਿਸੇ ਲਾਲਚ 'ਚ ਪਿੱਛੇ ਪਿਆ ਨਾ ਫਿਰ ਕੂੜਿਆ। ਫਰੀਦਾ ਕਿੱਚਰ ਝੱਟ ਨੰਗਾਈ ਹੈ ਛੱਪਰ ਟੁੱਟਾ ਮੇ। ਕਿਸ ਤਰੀਕੇ ਦੇ ਨਾਲ ਤੁਸੀਂ ਉੱਥੇ ਝੱਤ ਕੱਢੋਗੇ, ਜਿਵੇਂ ਛੱਤਾਂ ਚੋਂਦੀਆਂ ਹੁੰਦੀਆਂ ਨੇ। ਇਸ ਮੁਬਾਲਿਕ ਵਿੱਚ ਖੈਰ ਲੋਕਾਂ ਨੇ ਤਾਂ ਇਹਦੇ ਬਾਰੇ ਬਹੁਤਾ ਨਹੀਂ ਪਤਾ ਹੈਗਾ। ਮੈਨੂੰ ਯਾਦ ਆ ਮੈਂ ਇੱਕ ਵਾਰ ਇੱਕ ਬੜੇ ਸਿਆਣੇ ਸੱਜਣ ਸੁਣ ਰਿਹਾ ਸੀਗਾ, ਉਹਨਾਂ ਬਾਤ ਦੱਸੀ ਭਾਰਤੀ ਖਿੱਤੇ ਦੇ ਵਿੱਚ ਉਸ ਇਲਾਕੇ ਦੇ ਵਿੱਚ ਜਿਵੇਂ ਇਹਨਾਂ ਦਿਨਾਂ 'ਚ ਫਾਰਮਿੰਗ ਰਿਲੇਟਡ ਜਿਹੜੇ ਉੱਥੇ ਲਾ ਵਗੈਰਾ ਚੇਂਜ ਕੀਤੇ ਜਾ ਰਹੇ ਨੇ, ਉਹਦੇ ਬਾਰੇ ਤੁਸੀਂ ਕਾਫੀ ਰੌਲਾ ਰੱਪਾ ਸੁਣ ਰਹੇ ਹੋ। ਤੋ ਅੱਜ ਹੀ ਮੇਰੇ ਕੋਈ ਸੁਹਿਰਦ ਸੱਜਣ ਕਹਿ ਰਹੇ ਸੀਗੇ, ਉਹ ਦੈਟਸ ਗੁੱਡ ਐਕਚੁਅਲੀ, farmers can store their stuff and afterward when the price hype that time they can sell it. ਬੜੀ ਚੰਗੀ ਗੱਲ ਹੈ, ਬੜੀ ਵਧੀਆ ਗੱਲ ਹੈ। ਸਮਾਨ ਨੂੰ ਸਟੋਰੇਜ ਕਰਨ ਵਾਸਤੇ ਬਿਲਡਿੰਗ ਚਾਹੀਦੀ ਹੈ। ਜਿਹਦੇ ਕੋਲ ਆਪਣੇ ਘਰ ਦਾ ਛੱਤ ਨਹੀਂ ਪਿਆ ਉਹ ਬਿਲਡਿੰਗ ਬਣਾਏਗਾ। ਜਿਹਦੇ ਕੋਲ ਰਿਸੋਰਸਿਸ ਇੰਨੇ ਨਹੀਂ ਹੈਗੇ ਕਿ ਉਹ ਪ੍ਰੋਪਰਲੀ ਕੋਈ ਟਿਊਬਵੈੱਲ ਲਗਾ ਸਕੇ, ਕਿਹੜੀਆਂ ਗੱਲਾਂ ਕਰਦੇ ਹੋ। ਇਹ ਤਾਂ ਫਿਰ ਸਰਮਾਏਦਾਰਾਂ ਦਾ ਕੰਮ ਰਹਿ ਜਾਏਗਾ ਸਾਰਾ।
खैर जी मैं बात करन लगा सीगा सज्जन कहते वो भी जमाने के रंग वेखे। कहते करी असी एग्रीकल्चर यूनिवर्सिटी की बस लैके पिंडां थावां ते कुछ मिट्टी के सैंपल इकट्ठे कर रहे हैं। वेयर नैचुरली जोड़ा है बठिंडे इलाके च उत्थे असी बस से तुरे जाने तो हुंदा की है कि एकदम हनेरी जी आउंदी, हनेरी जी आउण तो बाद जोड़ा आ इक्को दम छैबर ला के मीह पैना शुरू हो जाता। असी जिस रोड तो जा रहे हैं बाय चांस उत्थे बस माड़ी जी खड़ी की है, कुछ जोड़ा है अपने आप को साह वगैरह लैण वास्ते काफ़ी समय की चला रहे हैं। कोल ही कुछ लोग ने काइंड ऑफ शैपर्ड्स कह लो जोड़े चरवाहे होंगे ने डंगर वगैरह चारन वाले कुछ, तो कुछ यंग न्याणे ने कुछ ओल्ड एज ने, तो वो किते इस किस्म के नाल उन्होंने पतीला जिहा नाल रखा तो वो अपनी चाह बना रहे हैं उत्थे। तो हुण वो चाह बना के जो बाटियां च पा ही रहे हैं, फड़ रहे हैं चाह फड़न वास्ते पीण वास्ते, तो एकदम मीह आ गया। मीह आ गया वैसे तो पशुओं के नाल ही रहिंदे भिजदे ने, पर हुण उन्हां कोल जिहड़ी चाह तो उस जिहड़ा पाई उन्हां बाटियां च, तो हुण असी साडे कोल बस आ, असी फटाफट बस वड़ गए तो असी उन्होंने भी आवाज़ मार ली अंदर आ जाओ बस से। वो बस से चले गए, आ गए अंदर, कहते खड़े हो गए, कुछ बह के चाह पी रहे हैं 5-7 जने। तो उन्होंने चो नौजवान बच्चा आया, कोई गालबन कहते उम्र वो होनी है एटलीस्ट 20-22 साल। तो वो बस वाल बड़े ध्यान नाल देख के तो उत्ते कहता है भाई ये चोंदी नहीं। तो कहता मेरा जो नाल वाला साथी सीगा एग्रीकल्चर यूनिवर्सिटी प्रोफैसर सीगा, वो कहता है कैसियां कमलियां गल्लां करदा, नवीं बस है ये किवें चोएगी, ये नहीं चोंदी, मतलब ये टिपकदा नहीं पानी उत्तों जिहड़ा हैगा ड्रॉप नहीं करदा। वो थोड़ी देर बाद फिर हैरान हो के ना फिर बाहर मीह वेख के फिर वेख के कहता भाई, कहता सच्ची ये बिल्कुल ही नहीं चोंदी। वो मनोविग्यानी सीगा, आइडिया ला गया, कहंदा ने 22 साल की उम्र दे विच अज तक कोई छत ऐसी नहीं वेखी जिहड़ी चोंदी ना होवे। गुरबत की जिंदगी जी है। जिस बंदे नूं अज तक ये नहीं पता कि कोई छत ऐसी भी हो सकती है जिहदे उत्ते जिन्ना मर्जी पानी पै जाए, पानी नहीं टपकता। हकीकत एक रियलिटी है भी। कई बार समाजां च रहिंदे ना असीं, सानूं नहीं पता लगता। मेरे मित्र हैगे ने यूरोप दे विच, काफ़ी समा पहला एक बार मेरी गल हुई तो कहंदे सी प्लान कर रहे हैं अपनी नैक्सट जिहड़ी हैगी है वोकेशन। मैं कित्थे प्लान कर रहे हो, यू नो डिफरेंट एरिया विजिट कर जाते। कहंदे जी इस बारी असी प्लान कर रहे हैं नाइजीरिया। मैं उत्थे किहड़ा कोई खास सपोर्ट वेखण वाला। कहंदे नहीं जी नाइजीरिया तो एक सलम विखाण लई जा रहे हैं बच्चों को। असी कुछ अरेंज किया इत्थे, साडा एक कुलीग हैगा टीचर, तो उहदी फैमिली हैगी उहदे च आले दुआले रहिंदी, उन्हां दे कोल असी रह के असी कोई 2 हफ्ते इन्हां नूं ओह इलाका दिखा के लियाउणा है जिथे 4-4 दिन 5-5 दिन बच्चों नूं रोटी नहीं मिलती। वो इलाका विखा के लियाउणा है जिथे बच्चे नूं ये नहीं पता पैर च शूज भी पाईदा हैगा। ये नहीं कि पैर दे कोई चीज़ पैंदी नहीं हैगी। सो ये जिहड़ियां चीज़ां ने इस तरीके नाल जे बंदा थोड़ा ध्यान दे ते, पर खैर जिहड़ी मैं बात कर रहे सी वापस आई उहदे ते। भगत फरीद जी ने जिहड़ी बात कीती इहदे विच, कहंदे चिच्चर कत झट लंघाई है छप्पर टुटै में। जिहड़ी छपरी टुट्टी होए उहदे उत्ते माड़ियां ने 4 बूंदां पईयां तो राइट वे उहने टिपकन लग जाना हैगा। जिहड़ा संबंध सिर्फ लालच ते खड़ाया, माड़े जे हालात सज्जे खब्बे होए वो चो जाएगा। ਉਹਦੇ ਚੋਂ ਸਵਾਏ ਹੰਝੂਆਂ ਤੇ ਰੋਣੇ ਤੋਂ ਹੋਰ ਕੁਝ ਨਹੀਂ ਨਿਕਲੇਗਾ। ਇਸ ਲਈ ਭਾਈ ਗੁਰਦਾਸ ਜੀ ਨੇ ਕਿਹਾ, ਕਹਿਣ ਲੱਗੇ ਦੇਖ ਦੁਖਦਾਈ ਪ੍ਰੀਤ ਕੀ ਪ੍ਰਤੀਤ ਕਹਿ ਮਰੇ ਨਾ ਡਰੈ। ਜਿਹੜੀ ਦੁਖਦਾਈ ਪ੍ਰੀਤ ਆ, ਇਹ ਪਦਾਰਥ ਦੀ ਬਹੁਤੀ ਪ੍ਰੀਤ ਬੜੀ ਦੁਖਦਾਈ ਹੈ। ਇਹਦੇ 'ਚ ਬੰਦਾ ਲੱਗਦਾ ਤੇ ਮਿੱਠਾ ਇਹਦੇ ਮਗਰ ਤੁਰਿਆ ਜਾਂਦਾ ਹੈਗਾ, ਪਰ ਹਕੀਕਤ ਇਹ ਹੈ पदार्थ तो उपर उठ के भी कुछ इहो जे काम, कुछ इहो जे कर्म, कोई इहो जी सोच जिहदे अपना सीधा कोई लालच होए ही ना, सीधा कोई बैनीफिट होए ही ना। तो सिक्खी ने तो एक्सट्रीम दिखाया ना, मतलब हाईएस्ट लैवल
ਬੰਦਾ ਸੋਚ ਵੀ ਨਹੀਂ ਸਕਦਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਲੋਕੀ ਆਪਣੇ ਕਹਿੰਦੇ ਨੇ ਚੱਲ ਕੋਈ ਨਾ, ਜੇ ਮੈਂ ਮਰ ਵੀ ਗਿਆ ਨਾ ਤੇ ਐਟਲੀਸਟ ਮੇਰੀ ਇੰਸ਼ੋਰੈਂਸ ਮੇਰੇ ਬੱਚਿਆਂ ਨੂੰ ਮਿਲ ਜਾਏਗੀ। that kind of mindset we have। ਡੈਥ ਬੈਨੀਫਿਟ ਲੋਕੀ ਤਾਂ ਬਾਏ ਕਰਦੇ ਨੇ, if I'm dying at least my kid can get some benefit from me। ਜਿਨ੍ਹਾਂ ਨੇ ਬੱਚੇ ਪਾਲੇ ਬੜੇ ਸਨੇਹ ਨਾਲ, ਪਿਆਰ ਨਾਲ, ਖਲੂਸ ਨਾਲ, ਮੁਹੱਬਤ ਨਾਲ। ਜਿਸ ਦਿਨ ਉਹ ਬਾਤ ਹੁੰਦੀ ਨਾ ਖਿਦਰਾਣੇ ਦੀ ਢਾਬ ਤੋਂ ਪਹਿਲਾਂ, ਰਮਾਣੇ ਜਦੋਂ ਪੰਚਾਇਤ ਆਈ ਸੀ ਮਾਝੇ ਤੋਂ, ਚੌਧਰੀ ਨਾਲ ਲੈ ਕੇ ਆਏ ਸੀਗੇ, ਤੇ ਉਹ ਕਹਿੰਦੇ ਸੀ ਤੁਸੀਂ ਮਰੇਲੇ ਸਤਿਗੁਰੂ, ਮਰੇਲੇ ਪੀਰ ਬਣ ਗਏ ਹੋ। ਲੋਕੀ ਕਹਿੰਦੇ ਤੁਸੀਂ ਹਥਿਆਰ ਚੱਕੇ ਨੇ, ਹਥਿਆਰ ਛੱਡ ਦਿਓ। ਤੇ ਫਿਰ ਆਪਾਂ ਮੁਗਲਾਂ ਨਾਲ ਸਾਂਝ ਪਾ ਲਈ ਨੇ ਇਸ ਕਿਸਮ ਦੇ ਨਾਲ। ਇਹ ਸਾਰੀ ਬਾਤ ਤੇ ਗੁਰੂ ਬਾਬਾ ਜੀ ਨੇ ਬੜੀ ਲੰਮੀ ਚੌੜੀ ਬਾਤ ਕੀਤੀ। ਸ਼ਾਇਦ ਤੁਸੀਂ ਕਿਤੇ ਤਵਾਰੀਖ 'ਚ ਸਾਰ ਰੰਗ ਸੁਣਿਆ, ਪੜ੍ਹਿਆ ਹੋਏ। ਤੇ ਉੱਥੇ ਵੀ ਬਾਤ ਆਈ ਕਿ ਗੁਰੂ ਬਾਬਾ ਜੀ ਨੇ ਕਿਹਾ ਸੀਗਾ, ਕਹਿੰਦੇ ਲੋਕਾਂ ਦੇ ਪੁੱਤ ਜਵਾਨ ਹੁੰਦੇ ਨੇ, ਛਾਤੀਆਂ ਮਿਣਦੇ ਨੇ ਵੀ ਇਹਨੂੰ ਜਿਹੜੀ ਹੈਗੀ ਹੈ, ਇਹਦੇ ਜਿਹੜੇ ਵਿਆਹ ਦੇ ਸਮੇਂ ਕੱਪੜੇ ਕਿੱਡੇ ਕੁ ਸੋਹਣੇ ਫਿੱਟ ਆਉਣਗੇ, ਇਹਦਾ ਜੂਸਾ ਕਿਵੇਂ ਬਣੇਗਾ, ਇਹਦਾ ਜਿਹੜਾ ਹੈਗਾ ਆ, ਇਹਦਾ ਸਰੀਰ ਕਿਹੋ ਜਿਹਾ ਬਣੇਗਾ। ਇਸ ਤਰੀਕੇ ਨਾਲ ਕਹਿੰਦੇ ਮੈਂ ਵੀ ਜਵਾਨ ਹੁੰਦੇ ਪੁੱਤ ਦੀਆਂ ਛਾਤੀਆਂ ਮਿਣਦਾ ਸੀ, ਪਰ ਇਸ ਵਾਸਤੇ ਮਿਣਦਾ ਸੀਗਾ ਵੀ ਤੀਰ ਕਿੰਨੇ ਖਾਏਗਾ, ਇਹਦੇ ਸੀਨੇ 'ਚ ਜਦੋਂ ਬਰਛੀ ਉਤਰੇਗੀ ਤੇ ਉਹ ਸੰਭਾਲ ਸਕੇਗਾ ਦਾ ਸੀਨਾ। Why? What was getting Guru Gobind Singh from that? ਇਹ ਕਿਸੇ ਵੱਡੇ ਮਾਨਵ ਕਲਿਆਣ ਦੀ ਗੱਲ ਹੈ। ਲੋਕਾਂ ਦੇ ਪੁੱਤ ਘਰਾਂ ਵਿੱਚ ਸੁਖੀ ਰਹਿਣ, ਲੋਕਾਂ ਦੇ ਘਰ ਵਸਣ, ਇਸ ਧਰਤੀ ਦੇ ਖਿੱਤੇ ਦੇ ਵਿੱਚ ਇੱਥੋਂ ਦੀ ਇੱਜ਼ਤ ਆਬਰੂ ਬਚੇ। ਇਹ ਰੂਪ ਜਿਹੜਾ ਆ, ਇਹ ਹੈ ਪ੍ਰੇਮ। ਉਸ ਐਕਸਟ੍ਰੀਮ ਲੈਵਲ ਤੇ ਗੁਰੂ ਸਾਹਿਬ ਨੇ ਜੀਆ, ਗੁਰੂ ਕੇ ਸਿੱਖਾਂ ਨੇ ਜੀਆ, ਪਰ ਸਾਨੂੰ ਕਿਹਾ ਤੁਸੀਂ ਕੁਛ ਆਪਣੇ ਜੀਵਨ 'ਚ ਲੈ ਕੇ ਆਇਆ ਜੇ। ਮੈਂ ਤਾਂ ਸੁਣਾ ਰਿਹਾ, ਤਾਂ ਮੈਂ ਬਾਤ ਕਹਿ ਰਿਹਾ, ਐਟਲੀਸਟ ਇਹਦਾ ਰੇਸ਼ਾ ਮਾਤਰ ਹੀ ਸਾਡੇ ਜੀਵਨ 'ਚ ਆ ਜਾਏ। ਸਿਰਫ ਲਾਲਚ, ਸਵਾਰਥ, ਹਵਸ ਇਹਦੇ 'ਚ ਹੀ ਜੀਣਾ, ਲੱਭ ਤਾਂ ਕੂੜਾ ਨੇ। ਗੁਰੂ ਮਹਾਰਾਜ ਗੁਰੂ ਅਰਜਨ ਸਾਹਿਬ ਇੱਥੇ ਜ਼ਿਕਰ ਕਰ ਰਹੇ ਨੇ, ਸਾਚ ਨੇਹ ਤਿੰਨ ਪ੍ਰੀਤਮਾ। ਉਹਨਾਂ ਦਾ ਸੱਚਾ ਨੇਹ ਹੈ ਕਿਹਦੇ ਨਾਲ? ਤਿੰਨ ਪ੍ਰੀਤਮਾ। ਪ੍ਰੀਤ ਦੇ ਅਸਲ ਸੋਰਸ ਰੱਬ ਦੀ ਗੱਲ ਹੋ ਰਹੀ ਹੈ ਇਹਦੇ 'ਚ, ਅਕਾਲ ਪੁਰਖ ਵਾਹਿਗੁਰੂ ਦੀ। ਗੁਰਦੁਆਰੇ ਦੀ ਹਾਜ਼ਰੀ ਹੈ ਨਾ, ਦੇਖੋ ਗੱਲ ਇਹ ਹੈ, ਮੈਂ ਤੇ ਮਾਫੀ ਮੰਗਾਂਗਾ ਇੱਕ ਜਿਹਨੂੰ ਕਿਹਾ ਜਾਏ ਕਿ ਇੱਕ ਜਿਵੇਂ ਇਹਦੇ ਵਿੱਚੋਂ ਕੁਝ ਮਨੀ ਜਨਰੇਟ ਕਰਕੇ ਆਪਣੇ ਐਕਸਪੈਂਸਿਸ ਕਵਰ ਵੀ ਕਰਦਾ ਮੈਂ ਇਹਦੇ ਨਾਲ। ਪਰ ਇਹਦੇ ਨਾਲ ਦੀ ਨਾਲ ਇੱਕ ਚੀਜ਼ ਜਿਹੜੀ ਵੱਡੀ ਇਹ ਵੀ ਹੈ, ਬੰਦਾ ਗੁਰਦੁਆਰਾ ਸਾਹਿਬ ਆਏ ਤੇ ਇੱਕ ਅਹਿਸਾਸ ਹੋਏ ਕਿ ਬਸ ਸੱਚ ਗੁਰੂ ਕੋਲ ਹੀ ਬੈਠਣਾ, ਕੋਈ ਹੋਰ ਅੱਜ ਹੈ ਹੀ ਨਹੀਂ, ਬਸ ਗੁਰੂ ਦੀ ਸਨੇਹ ਨੇਹ ਨੂੰ ਮੰਨਣਾ ਹੈਗਾ। ਕਿਤੇ ਬੰਦਾ ਰੱਬ ਦੀ ਬਾਤ ਐਵੇਂ ਵੀ ਅਹਿਸਾਸ ਹੈ। ਬਕੌਲ ਮਸਕੀਨ ਜੀ ਬਾਤ ਕਰਾਂ, ਉਹ ਕਿਆ ਕਰਦੇ ਸਨ, ਕਹਿੰਦੇ ਗਿਰਜਿਆਂ ਦੇ, ਚਰਚਾਂ ਦੇ, ਮਸੀਤਾਂ ਦੇ, ਦੇਵਾਲਿਆਂ ਦੇ, ਧਰਮ ਮੰਦਰਾਂ ਦੇ, ਗੁਰਦੁਆਰਿਆਂ ਦੇ ਬਾਹਰ ਲੰਮੀਆਂ ਲੰਮੀਆਂ ਕਤਾਰਾਂ ਲੱਗੀਆਂ ਨੇ, ਭੀੜ ਲੱਗੀ ਹੈ। ਐਂਡ ਸਮ ਟਾਈਮ ਪੀਪਲ might get confused that they are very devotee। How can they know? They are not devotees। Most of them are just, they are kind of, ਜਿਹਨੂੰ ਕਹਿ ਲਓ ਕਿ ਇੱਕ ਤਰ੍ਹਾਂ ਦੇ ਨਾਲ ਉਹ ਬਾਰਗਨਰ ਹੈਗੇ ਨੇ, ਇੱਕ ਤਰ੍ਹਾਂ ਦੇ ਨਾਲ ਵਪਾਰੀ ਹੈਗੇ ਨੇ ਸਾਰੇ। ਬਸ ਮੰਗਾਂ, ਸੁੱਖ, ਪਦਾਰਥ, ਇਹ ਸਭ ਚੀਜ਼। ਤੇ ਇਹ ਨਹੀਂ ਕਿ ਇਹ ਚੀਜ਼ ਬੁਰੀ ਹੈ ਉਸ ਲੈਵਲ ਤੇ, ਪਰ ਹਕੀਕਤ ਇਹ ਹੈ ਬੰਦਾ ਕਦੀ ਇਸ ਤੋਂ ਬਾਹਰ ਵੀ ਨਿਕਲੇ, ਇਸ ਤਸੱਵੁਰ ਤੋਂ ਬਾਹਰ ਵੀ ਨਿਕਲੇ, ਇਸ ਲਾਲਚ ਤੋਂ ਬਾਹਰ ਵੀ ਨਿਕਲੇ। ਗੁਰੂ ਸਾਹਿਬ ਨੇ ਕਿਹਾ ਸਾਚ ਨੇਹ ਤਿੰਨ ਪ੍ਰੀਤਮਾ, ਜਿਨ ਮਨ ਵੁੱਠਾ ਆਪ ਜੀਉ। ਤੇ ਇਹਦੀ ਨਿਸ਼ਾਨੀ ਹੈ ਜਦੋਂ ਆਪ ਮਨ ਵਿੱਚ ਵੁੱਠ ਜਾਂਦਾ, ਜਦੋਂ ਕਰਤਾਰ ਸਹੀ ਰੂਪ ਵਿੱਚ ਉੱਠਣ ਦਾ ਮਤਲਬ ਤਰੁੱਠਣਾ, ਜਦੋਂ ਤਰਸ ਕਰਦਾ, ਗ੍ਰੇਸ ਕਰਦਾ ਕਿਸੇ ਕਿਸਮ ਦੀ ਸਾਡੇ ਉੱਤੇ, ਦੈਟ ਟਾਈਮ ਵੀ ਹੈਵ ਦੈਟ ਕਾਈਂਡ ਆਫ ਲੈਵਲ। ਸਾਨੂੰ ਫਿਰ ਇਹ ਸਾਨੂੰ ਫੀਲ ਹੁੰਦਾ ਇਸ ਲੈਵਲ ਤੇ। ਬੰਦੇ ਦਾ ਸਿਰਫ ਸਵਾਰਥ ਜਿਹੜਾ ਆ ਉਹ ਥੋੜ੍ਹਾ ਘਟਦਾ ਉਸ ਲੈਵਲ ਤੋਂ। ਅਗਲਾ ਬਚਨ ਹੈ, ਗੁਣ ਸਾਂਝੀ ਤਿੰਨ ਸੰਗ ਬਸੇ, 8 ਪਹਿਰ ਪ੍ਰਭ ਜਾਪ ਜੀਓ। ਗੁਣ ਸਾਂਝੀ, ਫਿਰ ਗੁਣ ਉਹਦੇ ਨਾਲ ਸਾਂਝ ਪਾ ਲੈਂਦੇ, 8 ਪਹਿਰ ਉਹਦੇ ਨਾਲ ਗੁਣ ਰਹਿੰਦੇ ਨੇ। ਸਪੋਜ਼ ਬੰਦਾ, ਹੁਣ ਮੈਂ ਹੀ ਹਾਂ, ਮੈਂ ਬੜੀ ਪੇਸ਼ੈਂਸ ਦੀ ਗੱਲ ਕਰਾਂ, ਧੀਰਜ ਦੀ ਗੱਲ ਕਰਾਂ, ਬੜੇ ਠਰਮੇ ਦੀ ਗੱਲ ਕਰਾਂ, ਤੇ ਪਤਾ ਜਦੋਂ ਠਰਮੇ ਦੀ ਲੋੜ ਹੋਵੇ ਜਿੱਥੇ, where I really need
patience. That time, I don't have that. I can talk a lot, I can read about it, I can tell others, but at the same time, when I have to show the patience, that time I don't have. That mean ਮੇਰੇ ਨਾਲ ਉਹਦੀ ਸਾਂਝ ਨਹੀਂ ਹੈਗੀ। ਸਾਂਝ ਦਾ ਮਤਲਬ ਇਹ ਹੁੰਦਾ ਹੈ when you need it, you have it. ਜਦੋਂ ਤੁਹਾਨੂੰ ਲੋੜ ਹੋਏ ਉੱਥੇ ਉਹ ਮੌਜੂਦ ਹੋਏ, ਤੁਸੀਂ ਉਹਨੂੰ ਲੂਜ਼ ਨਾ ਕਰੋ। ਗੁਣ ਸਾਂਝੀ ਇਹ ਹੈ। ਗੁਣਾਂ ਦੀ ਗੱਲ ਕਰਨੀ, ਗੁਣ ਪੜ੍ਹਨੇ, ਗੁਣਾਂ ਦੇ ਬਾਬਤ ਬਾਤ ਕਰਨੀ, ਇਹ ਸਭ ਹੋ ਸਕਦਾ, ਪਰ ਗੁਣਾਂ ਦੀ ਸਾਂਝ ਪੈ ਜਾਣੀ। ਜੋ ਤੁਹਾਨੂੰ ਉਹਦੀ ਲੋੜ ਆ, ਬੰਦਾ ਵੈਸੇ ਤਾਂ ਬੜਾ ਅਕਲਮੰਦ ਆ, ਬੜੀ ਅਕਲ ਦੀਆਂ ਗੱਲਾਂ ਵੀ ਕਰਦਾ ਆ, ਪਰ ਜਦੋਂ ਕਿਤੇ ਕੋਈ ਡਿਸੀਜਨ ਲੈਣਾ ਹੁੰਦਾ ਉਦੋਂ ਫਿਰ ਬੰਦਾ ਕਈ ਵਾਰੀ ਆਪ ਕਹਿੰਦਾ ਪਤਾ ਨਹੀਂ ਅਕਲ ਕਿੱਥੇ ਘਾਹ ਚਰਨ ਚਲੀ ਗਈ ਸੀ। I have no clue. That time I actually didn't pay attention to my wise side, to my wisdom. ਇਹਦਾ ਮਤਲਬ ਸਾਂਝ ਨਹੀਂ ਬਣੀ। ਇੱਥੇ ਸਾਹਿਬ ਨੇ ਕਿਹਾ ਜਦੋਂ ਉਹ ਬਾਤ ਬਣ ਗਈ, ਜਦੋਂ ਪ੍ਰੀਤਮ ਹਰ ਵਕਤ ਅਹਿਸਾਸ ਵਿੱਚ ਆ ਗਿਆ, ਗੁਣ ਸਾਂਝੀ ਤਿੰਨ ਸੰਗ ਬਸੇ, ਇਹੋ ਜਿਹੇ ਦੇ ਸੰਗ ਗੁਣ ਸਾਂਝੀ ਹੋ ਗਏ। ਉਹਨਾਂ ਦੇ ਨਾਲ ਗੁਣਾਤਮਕ ਸਾਂਝ ਬਣ ਗਈ। 8 ਪਹਿਰ ਪ੍ਰਭ ਜਾਪ, ਜਿਹਦੇ 'ਚੋਂ 8 ਪਹਿਰ ਦਾ ਜਾਪ ਹੈ। ਫਿਰ ਜ਼ਰੂਰੀ ਨਹੀਂ ਕਿ ਘੜੀ ਪਲ ਦੀ ਜਿਹੜੀ ਹੈ ਸਿਮਰਤੀ ਹੈ, ਫਿਰ ਤੇ ਹਰ ਵਕਤ ਬੰਦਾ ਉਹਦੀ ਸਿਮਰਤੀ ਦੇ ਅਹਿਸਾਸ ਵਿੱਚ ਹੈ। ਰੰਗ ਰੱਤੇ ਪਰਮੇਸ਼ਰ ਹੈ, ਬਿਨ ਸੇ ਸਗਲ ਸੰਤਾਪ ਜਿਉ। ਫਿਰ ਇਹੋ ਜਿਹੀ ਹਸਤੀ ਰੰਗ ਰੱਤੀ ਜਾਂਦੀ ਹੈ, ਮਤਲਬ ਉਹਨੂੰ ਰੰਗ ਲੱਗ ਜਾਂਦਾ ਹੈ। ਹੁਣ ਰੰਗ ਲੱਗਣ ਦਾ ਮਤਲਬ ਅੱਜ ਕੱਲ੍ਹ ਲਾਅ ਆਫ ਅਟਰੈਕਸ਼ਨ ਵਾਲੇ ਇਹਨੂੰ ਔਰ ਜਿਹੜਾ ਸਾਡਾ ਇੱਕ ਤਰ੍ਹਾਂ ਦੇ ਨਾਲ ਜਿਹੜਾ ਉਹ ਕਹਿੰਦੇ ਨੇ ਕਿ ਸਾਡਾ ਇੱਕ ਔਰਾ ਹੁੰਦਾ ਆ, ਸਾਡੀ ਇੱਕ ਪਰਸਨੈਲਿਟੀ ਹੁੰਦੀ ਹੈ, ਇਹ ਸਾਰਾ ਕੁਝ ਐਕਚੁਅਲ ਹਕੀਕਤ ਇਹ ਹੈ ਸਾਡੀ ਜਿਹੜੀ ਸਾਡੇ ਵਿੱਚੋਂ ਇੱਕ ਤਰ੍ਹਾਂ ਦੇ ਨਾਲ ਜਿਹੜੀਆਂ ਵੇਵਜ਼ ਨੇ, ਜਿਹੜਾ ਅਹਿਸਾਸ ਆ, ਇਹ ਆਲੇ ਦੁਆਲੇ ਪੈਦਾ ਹੁੰਦਾ, ਚੰਗਾ ਵੀ ਤੇ ਮਾੜਾ ਵੀ। ਜੇ ਦੇਖੋਗੇ ਬੰਦੇ ਦੇ ਅੰਦਰ ਜੇ ਡਰ ਆ ਤੇ ਜਿਹੜਾ ਸਿਆਣਾ ਬੰਦਾ ਉਹ ਮਹਿਸੂਸ ਕਰ ਜਾਂਦਾ ਹੈ ਇਹਦੇ 'ਚ ਡਰ ਹੈ। ਬੰਦੇ 'ਚ ਕ੍ਰੋਧ ਹੈ, ਉਹ ਫੀਲ ਕਰ ਜਾਂਦਾ ਕ੍ਰੋਧ ਹੈ। ਬੰਦੇ 'ਚ ਕੋਈ ਬਹੁਤ ਗਹਿਰਾ ਖਲੂਸ ਮੁਹੱਬਤ ਆ, ਇੱਕ ਵੱਡਾ ਰੰਗ ਆ, ਉਹ ਵੀ ਮਹਿਸੂਸ ਹੋ ਜਾਂਦਾ ਆ। ਇਹ ਵੀ ਇੱਕ ਬੜੀ ਵੱਡੀ ਇੱਕ ਐਕਚੁਅਲ ਲੈਵਲ 'ਤੇ ਜਿਹੜਾ ਅੱਜ ਅਸੀਂ ਦੇਖਦੇ ਹਾਂ ਨਾ ਵੀ ਅਸੀਂ ਇੱਕ ਦੂਜੇ ਨੂੰ ਅੰਡਰਸਟੈਂਡ ਹੀ ਨਹੀਂ ਕਰ ਪਾਉਂਦੇ। ਜਿੱਥੋਂ ਗੱਲ ਸ਼ੁਰੂ ਹੋਈ ਸੀਗੀ, ਉਹਦਾ ਕਾਰਨ ਵੀ ਇਹ ਹੈਗਾ ਕਿਉਂਕਿ ਅਸੀਂ ਆਪਣੇ ਆਪ ਨੂੰ ਅੰਡਰਸਟੈਂਡ ਨਹੀਂ ਕਰ ਪਾਉਂਦੇ। ਸਾਡੇ ਸਾਰਿਆਂ ਦੀਆਂ ਜਿਹੜੀਆਂ ਫੀਲਿੰਗਸ ਨੇ ਆਲਮੋਸਟ ਇੱਕੋ ਲੈਵਲ 'ਤੇ ਕੰਮ ਕਰਦੀਆਂ ਨੇ। ਜੇ ਬੰਦਾ ਆਪਣੇ ਆਪ ਨੂੰ ਅੰਡਰਸਟੈਂਡ ਕਰ ਪਾਉਂਦਾ, ਪੜ੍ਹ ਪਾਉਂਦਾ, ਮਹਿਸੂਸ ਕਰ ਪਾਉਂਦਾ ਹੈਗਾ, ਦੂਸਰੇ ਨੂੰ ਵੀ ਕਰ ਪਾਏਗਾ। ਜਿਹਨੂੰ ਖੁਦ ਨੂੰ ਨਹੀਂ ਪਤਾ ਇਹਦੇ ਬਾਬਤ ਇਸ ਤਰੀਕੇ ਦੇ ਨਾਲ, ਦੂਸਰੇ ਬਾਰੇ ਕੀ ਅਹਿਸਾਸ ਕਰੇਗਾ। ਗੁਰੂ ਬਾਬਾ ਜੀ ਨੇ ਬਿਆਨ ਕੀਤਾ, ਕਹਿਣ ਲੱਗੇ ਕਿ ਰੰਗ ਰੱਤੇ ਪਰਮੇਸ਼ਰ, ਜਿਹੜੇ ਪਰਮੇਸ਼ਰ ਦੇ ਰੰਗ 'ਚ ਰੱਤੇ ਗਏ, ਇੱਕ ਪਰਸੋਨਾ ਹੀ ਉਸ ਲੈਵਲ 'ਤੇ, ਹੋਲ ਪਰਸਨੈਲਿਟੀ ਜਿਹੜੀ ਹੈ ਇੱਕ ਸਪਿਰਿਚੁਅਲ ਉਸ ਹਾਈਟ 'ਤੇ ਆ ਗਈ ਉਸ ਤਰੀਕੇ ਦੇ ਨਾਲ। ਰੰਗ ਰੱਤੇ ਪਰਮੇਸ਼ਰ ਹੈ, ਬਿਨ ਸੇ ਸਗਲ ਸੰਤਾਪ ਜੀਓ। ਸੰਤਾਪ ਇਹਦੇ ਬਾਰੇ ਕਿਹਾ ਜਾਂਦਾ ਵੀ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਰੋਗ ਤਨ ਦੀ ਚੀਜ਼ ਹੈ, ਦੁੱਖ ਮਨ ਦੀ ਚੀਜ਼ ਹੈ। ਕਹਿ ਦਿੰਦੇ ਆ ਮਨੋਰੋਗੀ ਹੋ ਗਿਆ, ਐਕਚੁਅਲ ਲੈਵਲ 'ਤੇ ਮਨ ਦੀ ਜਿਹੜੀ ਮੁਸ਼ਕਿਲ ਉਹ ਦੁੱਖ ਹੈ। ਰੋਗ ਤਨ ਦੀ ਖੇਡ ਹੈ, ਜਿਹੜਾ ਸੰਤਾਪ ਹੈ ਇਹ ਆਤਮਾ ਦੀ ਖੇਡ ਹੈ। ਜਿਹੜਾ ਬੰਦਾ ਕਈ ਵਾਰ ਕਹਿੰਦਾ ਨਾ ਵੀ ਜੇ ਮਨ ਕਰਕੇ ਸੋਚਦਾ ਕੋਈ ਪ੍ਰੋਬਲਮ ਨਹੀਂ ਹੈਗੀ, ਤਨ ਕਰਕੇ ਵੀ ਹੈਲਦੀ ਆ ਬਿਲਕੁਲ, ਬਟ ਸਟਿਲ ਆਈ ਡੋਂਟ ਹੈਵ ਪੀਸ ਆਫ ਮਾਈਂਡ। ਸੰਤਾਪ, I think I am lacking something inside me. I'm not able to actually enjoy the highest level of pleasure. Why? ਸੰਤਾਪ ਆ ਇੱਕ ਐਸੀ ਚੀਜ਼ ਆ ਜਿਹੜੀ ਕੋਈ ਬਾਹਰਲੇ ਮੈਜਰ ਨਾਲ ਤੇ ਮੈਜਰ ਨਹੀਂ ਹੋ ਸਕਦੀ। ਇੱਥੇ ਗੁਰੂ ਬਾਬਾ ਜੀ ਨੇ ਜਿਹੜਾ ਜ਼ਿਕਰ ਕੀਤਾ ਹੈਗਾ ਕਿ ਕਹਿੰਦੇ ਬਿਨ ਸੇ ਸਗਲ ਸੰਤਾਪ ਜਿਓ। ਅੰਤਲੇ ਪਦ ਨੇ ਤੂੰ ਕਰਤਾ ਤੂੰ ਕਰਨਹਾਰ, ਤੂੰ ਹੈ ਏਕ ਅਨੇਕ ਜਿਓ। ਬਾਕੀ ਰੱਬ ਨੂੰ ਕਿਸੇ ਖਾਸ ਸ਼ੇਪ ਰੂਪ ਇਹ ਸਭ ਵਿੱਚ ਲੱਭਣਾ ਸਿੱਖੀ ਦਾ ਕਨਸੈਪਟ ਨਹੀਂ। ਉਹ ਤੇ ਅਨੇਕਤਾ 'ਚ ਵਸ ਰਿਹਾ, ਡਾਈਵਰਸ ਆ। ਉਹਦਾ ਰੂਪ ਜਿਹੜਾ ਆ ਉਹ ਜ਼ਰਰੇ ਜ਼ਰਰੇ 'ਚ ਮੌਜੂਦ ਆ। ਹਾਂ, ਜਿਹੜੀ ਚੀਜ਼ ਸਾਨੂੰ ਚਾਹੀਦੀ ਹੈ ਇਸ ਸਾਰੇ ਦੇ ਵਿੱਚ ਰਹਿੰਦਿਆਂ ਹੋਇਆਂ ਉਹ ਇਹ ਹੈ ਤੂੰ ਸਮਰੱਥ ਤੂੰ ਸਰਬ ਮੈਂ, ਤੂੰ ਹੈ ਬੁੱਧ ਵਿਵੇਕ ਜੀਓ। ਸਾਨੂੰ ਇਹ ਦੇ ਦੇ।
क्योंकि तू ही तो बुद्ध है, तू ही तो विवेक है। मतलब किते सी अपने लिटरेचर 'ਚ पढ़ते हैं भी काल तू ही, काली तू ही, मतलब इस किस्म ਦੀਆਂ ਗੱਲਾਂ भी पढ़िया ਜਾਂਦੀਆਂ ਨੇ। तू ही तबक अर तीर जिहड़ी गल हुंदी है, मतलब करज की गल हो रही है ਇਹਦੇ 'ਚ, ਦਲੇਰੀ ਦੀ। भी रब ना दलेरी ਦਾ ਆ, ਜਿਹੜਾ ਰੱਬ ਦੇ ਭੈ 'ਚ ਰਹਿੰਦਾ, ਦੁਨੀਆ ਦੇ ਕਿਸੇ ਭੈ ਦੀ ਪਰਵਾਹ ਨਹੀਂ ਕਰਦਾ। ਹੂ ਕੇਅਰ। ਔਰੰਗਜ਼ੇਬ ਬਾਦਸ਼ਾਹ ਹੈਗਾ ਆਪਣੇ ਘਰ ਦਾ, ਸਾਨੂੰ ਨਹੀਂ ਓਨ ਕਰਦਾ। ਉਹ ਅਸੂਲ ਤੇ ਖੜੇ ਆ, ਅਸੂਲ ਦੇ ਉੱਤੇ ਬਾਤ ਕਰੇ, ਅਸੀਂ ਉਹਦੇ ਦੇਣਦਾਰ ਹੋਵਾਂਗੇ। ਜੇ ਅਸੂਲ ਤੋੜੇਗਾ, ਜਿੰਨਾ ਅਸੂਲ ਸਾਡੇ ਲਈ ਕਾਰਗਰ ਹੈ ਉਹਨਾਂ ਉਹਦੇ ਲਈ ਵੀ ਕਾਰਗਰ ਹੈ। ਇਹ ਜਿਹੜੀ ਬਾਤ ਹੈ, ਇਹ ਰੱਬ ਦੇ ਵਿਸ਼ਵਾਸੀ ਦੀ ਗੱਲ ਹੈ। ਐਗਜ਼ੈਕਟਲੀ ਰੱਬ ਨਾ ਹੈ ਬੁੱਧੀ ਦਾ, ਵਿਵੇਕ ਦਾ, ਬੌਧਿਕਤਾ ਦਾ। ਜਿਹੜਾ ਬੰਦਾ ਕਹਿੰਦਾ ਮੈਂ ਸਪਿਰਿਚੁਅਲ, ਦੈਨ ਡੈਫੀਨੇਟਲੀ ਇਹਦੀ ਪਹਿਲੀ ਨਿਸ਼ਾਨੀ ਹੈ ਕਿ ਜਿਹੜੀ ਵਿਜ਼ਡਮ ਆ ਉਹਦੇ ਬਿਹੇਵੀਅਰ 'ਚ ਆ ਜਾਣੀ ਚਾਹੀਦੀ ਹੈ। ਜੇ ਨਹੀਂ ਆ ਰਹੀ, ਦੈਨ ਦੈਟ ਪਰਸਨ should pray more, should have some kind of more practice toward the spiritual activities, so that he or she can attain, accumulate that ability which he or she can use as a wisdom. So here Maharaj is saying, हे दाता तू समर्थ तू सर्व मैं तू है, बुद्ध विवेक जियो, नानक नाम सदा जपी भगत जना की टेक जियो। हे नानक तरस कर, जिहड़ी भगतां दी टेक है वो नाम मैं भी जपदा रवां, मैं भी उहनूं आराधदा रवां। इन्हां बचनां दे नाल अष्टपदा पूरा हुंदा हैगा। अज वास्ते इत्थे समाप्ति, समा समाप्त है। भुलां गलतियां ना चितारनियां, सब प्रेम आवाज़ दे के कह देना जी वाहिगुरू जी का खालसा, वाहिगुरू जी की फतेह।